ਦੂਜੇ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਹਲਕਾ ਤਲਵੰਡੀ ਸਾਬੋ ਇਲਾਕੇ ਅੰਦਰ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਆ ਰਹੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦੇ ਯਤਨ ਕਰਦਿਆਂ ਆਪਣੇ MP ਲੈਡਜ਼ ਫੰਡ ਵਿੱਚੋਂ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਇੱਕ ਆਕਸੀਜਨ ਪਲਾਂਟ ਲਗਾਏ ਜਾਣ ਦੇ ਐਲਾਨ ਅਤੇ ਮਨਜ਼ੂਰੀ ਮਿਲ ਜਾਣ ਤੋਂ ਬਾਅਦ ਅੱਜ ਉਕਤ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਜਿੱਥੇ ਹਸਪਤਾਲ ਅੰਦਰ ਮਰੀਜ਼ਾਂ ਨੂੰ ਆ ਰਹੀਆਂ ਹੋਰ ਮੁਸ਼ਕਲਾਂ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਦਰਸ਼ਨ ਕੌਰ ਨਾਲ ਵਿਚਾਰ ਵਟਾਂਦਰਾ ਕੀਤਾ, ਉੱਥੇ ਉਹਨਾਂ ਕਿਹਾ ਕਿ ਉਕਤ ਪਲਾਂਟ ਜਲਦੀ ਹੀ ਸ਼ੁਰੂ ਹੋ ਜਾਵੇਗਾ, ਜਿਸ ਵਿੱਚ ਵੱਡੀ ਮਾਤਰਾ ਵਿੱਚ ਆਕਸੀਜਨ ਉਪਲਬਧ ਹੋਣੀ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਇਹ ਕੰਮ ਪੰਜਾਬ ਦੀ ਕੈਪਟਨ ਸਰਕਾਰ ਨੂੰ ਕਰੋਨਾ ਦੀ ਦੂਜੀ ਲਹਿਰ ਆਉਣ ਤੋਂ ਪਹਿਲਾਂ ਹੀ ਕਰਨੇ ਚਾਹੀਦੇ ਸਨ, ਪਰੰਤੂ ਸਰਕਾਰ ਨੇ ਤਾਂ ਲੋਕਾਂ ਦੀ ਸਾਰ ਹੀ ਨਹੀਂ ਲਈ। ਉਹਨਾਂ ਦੱਸਿਆ ਕਿ ਕੈਪਟਨ ਸਰਕਾਰ ਨੇ ਤਾਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਲਗਾਉਣ ਵਾਲੀ ਵੈਕਸੀਨ ਹੀ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤੀ, ਹੋਰ ਅਸੀਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ। ਉਹਨਾਂ ਹਲਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਅਕਾਲੀ ਦਲ ਵੱਲੋਂ ਹਰ ਸਿਹਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਪਿਛਲੇ 1.5 ਸਾਲ ਤੋਂ ਕਿਵੇਂ ਦੁਨੀਆ 'ਚ ਤੇ ਦੇਸ਼ ਵਿੱਚ ਕਰੋਨਾ ਦੀ ਮਹਾਮਾਰੀ ਕਰਕੇ ਬਹੁਤ ਸਾਰਾ ਨੁਕਸਾਨ, ਜਾਨ ਦਾ, ਮਾਲ ਦਾ, ਧੰਦੇ ਦਾ, ਹਰੇਕ ਚੀਜ਼ ਦਾ ਲੋਕਾਂ ਨੂੰ ਨੁਕਸਾਨ ਹੋਇਆ ਹੈ। ਤੇ ਜਿੱਥੇ ਹਰ ਦੇਸ਼ ਤੇ ਸੂਬੇ ਦੀ ਸਰਕਾਰਾਂ ਨੇ ਕੋਸ਼ਿਸ਼ ਕੀਤੀਆਂ ਨੇ ਕਿ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਆਪਣੇ ਲੋਕਾਂ ਨੂੰ ਬਚਾਇਆ ਜਾਏ, ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਪੈਦਾ ਕੀਤੇ ਨੇ ਕਿ ਲੋਕੀ ਰੱਬ ਭਰੋਸੇ ਇਹਨਾਂ ਨੂੰ ਛੱਡਿਆ ਹੋਇਆ ਆਪ ਦੀ ਬਚਾਅ ਵਾਸਤੇ ਆਪ ਹੀ ਹੱਥ ਪੈਰ ਮਾਰ ਰਹੇ ਨੇ। ਕੋਈ ਸਰਕਾਰ ਵੱਲੋਂ ਇੱਕ ਉਪਰਾਲਾ ਤੱਕ ਨਹੀਂ। ਪਿਛਲੇ ਕੁਝ ਦਿਨਾਂ 'ਚ 1.5 ਮਹੀਨੇ 'ਚ ਜਿੱਥੇ 15,000 ਮੌਤਾਂ ਹੋਈਆਂ ਨੇ ਪੰਜਾਬ 'ਚ, ਜਿਹੜਾ ਨੈਸ਼ਨਲ ਐਵਰੇਜ ਮੌਤਾਂ ਦਾ ਹੈਗਾ ਉਸ ਤੋਂ ਦੁੱਗਣੇ ਤੋਂ ਵੀ ਜ਼ਿਆਦਾ। ਇਹੀ ਸਿੱਧੇ ਸੰਕੇਤ ਕਰਦਾ ਹੈ ਕਿ ਸਰਕਾਰ ਨੇ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਇੱਕ ਵੀ ਕਦਮ ਨਹੀਂ ਚੱਕਿਆ। छोटी छोटी चीज़ों वास्ते लोग तरस के मर गए। सिंपल चीज़ की ऑक्सीजन दे बेड मिल जान बचाने वास्ते वेंटिलेटर मिल जाए, लोगों को एंबूलेंस ने ओवरचार्ज किया, दवाइयां दे ओवरचार्ज होए, हर चीज़ का लोगों ने झल के जे किसी की जान बच गई तो वो आप दे बलबूते च या परमात्मा की कृपा नाल सरकार ने कुछ नहीं किया। तो मैं अपने MP लैड तो एक PSA प्लांट, ऑक्सीजन मैन्युफैक्चरिंग प्लांट वास्ते 75 ਲੱਖ ਦਾ ਪਲਾਂਟ ਇੱਥੇ ਤਲਵੰਡੀ ਸਾਬੋ 'ਚ ਲੱਗ ਰਿਹਾ ਹੈਗਾ, ਜਿਹੜਾ ਮੈਂ DC ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਸਾਰੇ ਇੱਥੇ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ 30-35 ਦਿਨਾਂ ਦੇ ਅੰਦਰ ਤੁਸੀਂ ਇਹਨੂੰ ਤਿਆਰ ਕਰੋ। ਇੱਥੇ SDM ਸਾਹਿਬ ਨੇ ਦੱਸਿਆ ਕਿ ਬਿਲਡਿੰਗ ਜਿਹੜੀ ਬਣਦੀ, ਕਮਰਾ ਜਿਹੜਾ ਬਣਨਾ ਉਹ 30 ਦਿਨਾਂ 'ਚ ਤਿਆਰ ਕਰ ਦਾਂਗੇ। ਨਾਲ ਦੇ ਨਾਲ ਮੈਂ SMO ਸਾਹਿਬ ਨੂੰ ਬੇਨਤੀ ਕਰਦੀ ਹਾਂ ਆਪਣੀ ਮਸ਼ੀਨਾਂ ਨੂੰ ਆਰਡਰ ਕਰਕੇ ਤੁਸੀਂ ਇੰਸ਼ੋਰ ਕਰੋ ਕਿ 30 ਦਿਨਾਂ ਦੇ ਅੰਦਰ ਤੁਹਾਡੀ ਮਸ਼ੀਨਾਂ ਆ ਜਾਣ ਤਾਂ ਕਿ ਇਹ ਸਾਰਾ ਕੁਝ ਤਿਆਰ ਹੋ ਕੇ ਲੱਗ ਜਾਏ। ਆ ਨਹੀਂ ਕਿ 1.5 ਸਾਲ ਤੁਸੀਂ ਲਟਕਾ ਦਿਓ ਤਾਂ ਕਰੋਨਾ ਨਿਕਲ ਕੇ ਚਲੇ ਜਾਏ। ਅੱਜ ਲੋਕਾਂ ਦੀ ਜਾਨ ਬਚਾਉਣ ਦੀ ਲੋੜ ਹੈ, ਹੱਥ ਪੈਰ ਇਹ ਵੀ ਪ੍ਰਸ਼ਾਸਨ ਵੀ ਮਾਰੇ। ਤੇ ਮੈਂ ਤਾਂ ਲਗਾਤਾਰ DC ਸਾਹਿਬ ਨਾਲ ਗੱਲ ਕਰਾਂਗੀ, ਇੱਥੇ ਸਿੱਧੂ ਸਾਹਿਬ ਵੀ ਇਹਦੀ ਪੂਰੀ ਪੈਰਵੀ ਕਰਨਗੇ, ਅਗਵਾਈ ਕਰਨਗੇ। ਤੇ ਇਹ ਜਿਹੜਾ ਕਪੈਸਿਟੀ ਦਾ 500 LPA ਦਾ ਕਪੈਸਿਟੀ ਦਾ ਜਿਹੜਾ ਪਲਾਂਟ ਲੱਗ ਰਿਹਾ ਹੈ, ਇਹਦੇ ਨਾਲ 150 ਸਿਲੰਡਰ ਰੋਜ਼ ਦੇ ਆਕਸੀਜਨ ਦੇ ਭਰੇ ਜਾਣਗੇ। ਸੋ 75 ਲੱਖ ਰੁਪਏ ਦੇ ਨਾਲ ਇਹ ਇੱਥੇ ਭਰ ਰਿਹਾ, ਜਿਹਦੇ ਨਾਲ ਇਹ ਪੂਰਾ ਤਲਵੰਡੀ ਸਾਬੋ ਇਲਾਕੇ 'ਚ ਮੈਂ ਉਮੀਦ ਕਰਦੀ ਹਾਂ ਕਿ ਕਿਸੇ ਹਸਪਤਾਲ ਨੂੰ ਆਕਸੀਜਨ ਦੀ ਘਾਟ ਨਹੀਂ ਹੋਣੀ ਚਾਹੀਦੀ। ਵੱਲੋਂ ਵੀ ਲਗਾਤਾਰ ਮੁੱਦਾ ਉਠਾਇਆ, ਪ੍ਰੈਸ ਕਾਨਫਰੰਸ ਕੀਤੀ। ਕੱਲ੍ਹ ਸਰਕਾਰ ਨੇ ਬੈਕਫੁੱਟ ਤੇ ਆਇਆ, ਕਿਹਾ ਕਿ ਅਸੀਂ ਸਾਰੀ ਵੈਕਸੀਨ ਜਿਹੜੀ ਪ੍ਰਾਈਵੇਟ ਹਸਪੀਟਲ ਕੋਲ ਵਾਪਸ ਲਵਾਂਗੇ, ਨਾਲ ਹੀ ਵੈਕਸੀਨ ਜਿਹੜੀ ਲੱਗੀ ਉਹਦੇ ਪੈਸੇ ਵੀ ਵਸੂਲਾਂਗੇ। ਕਿ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਇਸ ਤਰ੍ਹਾਂ ਜਿਹੜੀ ਹੋਰ ਪਹਿਲਾਂ ਵੀ ਸਿਹਤ ਮੰਤਰੀ ਲੱਗਿਆ ਸੀ ਕਿ ਉਹਨੇ ਨਸ਼ਿਆਂ ਦੀਆਂ ਗੋਲੀਆਂ ਤੇ 4 ਕਰੋੜ ਦਾ ਜਿਹੜਾ ਘਪਲਾ ਕੀਤਾ ਸੀ, ਅਕਾਲੀ ਦਲ ਇਸੇ ਵਿੱਚ ਆ ਕੇ ਹੋਰ ਕੀ ਕਰਨ ਜਾ ਰਿਹਾ ਅੱਗੇ? देखो, मैं प्रधान सरदार सुखबीर सिंह बादल का शुकराना करदी हाँ जिन्हों ने इन्ना वड्डा जिहड़ा गरीबां दे नाल उन्हां दे जाना दे नाल खिलवाड़ हो रहा सीगा, क्योंकि अज वैक्सीन ही कल्ली एक वो साधन है जिन्हों लगा के शायद तुहानूं इस बीमारी तो राहत मिल सकती है। तो जे सरकार नूं 400 रुपए घट कीमत 'च वैक्सीन इस करके दिती जा रही सी कि तुसीं मुफ्त लोकां नूं लगाओ, तो इस माड़ी कांग्रेस सरकार ने ਇਹ 400 रुपए ਦੀ ਦਿੱਤੀ ਹੋਈ ਮੁਫਤ ਲੱਗਣ ਹੋਈ ਵੈਕਸੀਨ 'ਚ ਲੋਕਾਂ ਦੀ ਜਾਨਾਂ ਨੂੰ ਜੋਖਮ ਡਾਲ ਕੇ ਇਹਦੇ ਵਿੱਚ ਕਮਾਈ ਕਰਨ ਦਾ ਜਿਹੜਾ ਕੰਮ ਕੀਤਾ, ਜਿੱਥੇ 160 रुपए ਦੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਦਾ, ਜਿਹੜਾ ਗਾਂ ਅੱਗੇ 2500 ਦੀ ਲਗਾਈ ਜਾ ਰਹੇ ਨੇ। 400 ਦੀ ਵੈਕਸੀਨ 2500 ਦੀ ਕਿਹੜਾ ਗਰੀਬ ਲਗਾ ਸਕਦਾ ਹੈ? ਗਰੀਬ ਦੇ ਹੱਕ ਨੂੰ ਮਾਰਾ ਤੇ ਉਹਨਾਂ ਦੀ ਜਾਨਾਂ ਜੋਖਮ 'ਚ ਲਏ। ਇਸ ਚੀਜ਼ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜੀ ਨੇ ਚੱਕਿਆ, ਪੁਰਜ਼ੋਰ ਤਰੀਕੇ ਨਾਲ ਪੂਰੇ ਦੇਸ਼ 'ਚ ਖਬਰ ਫੈਲੀ। उन्होंने हैल्थ मिनिस्टर को भी ट्वीट करके उन्होंने कहा कि इमीजिएटली इंक्वायरी की जाए।
ਤੇ ਸਾਡੀ ਪਾਰਟੀ ਦੇ ਪ੍ਰੈਸ਼ਰ ਕਰਕੇ ਇਸ ਸਰਕਾਰ ਨੂੰ ਇਹ ਰਿਵਰਸ ਕਰਨਾ ਪਿਆ ਹੈ। ਲੇਕਿਨ ਜੇ ਇਹਨਾਂ ਨੇ ਫੈਸਲਾ ਵਾਪਸ ਲੈ ਲਿਆ ਤਾਂ ਇਹ ਗੱਲ ਨਹੀਂ ਲੁਕੀ ਛੁਪੀ ਜਾਂਦੀ ਕਿ ਕਿਵੇਂ ਇਸ ਮੰਤਰੀ ਨੇ ਤੇ ਸਰਕਾਰ ਨੇ ਗਰੀਬਾਂ ਦਾ ਜਾਨਾਂ ਦੇ ਉੱਤੇ ਧੰਦਾ ਕੀਤਾ। ਜਿਹੜੀ 40 ਰੁਪਏ ਦੀ ਵੈਕਸੀਨ ਨੂੰ 1060 ਰੁਪਏ ਦੀ ਤੁਸੀਂ ਵੇਚ ਰਹੇ ਹੋ ਤੇ ਫਿਰ ਇਹ 650 ਰੁਪਏ ਜਿਹੜੀ ਤੁਸੀਂ ਜੇਬ 'ਚ ਪਾਏ ਕਿਹਦੇ ਜੇਬ 'ਚ ਜਾ ਰਹੇ ਨੇ। ਉਹਦੇ ਬਾਅਦ ਉਹ ਦੋ ਪ੍ਰਾਈਵੇਟ ਹਸਪਤਾਲ ਜਿਹੜੇ 80,000 ਵੈਕਸੀਨਾਂ ਦੇ ਵਿੱਚੋਂ ਕੱਲੇ 35,000 ਤਾਂ ਹੈਲਥ ਮਿਨਿਸਟਰ ਦੀ ਕੌਂਸਟੀਟਿਊਸ਼ਨ ਮੋਹਾਲੀ ਦੇ ਦੋ ਹਸਪਤਾਲਾਂ 1060 ਗਏ ਤੇ ਉਹ 1060 ਦੀ ਵੈਕਸੀਨ ਨੂੰ 25 26 3000 ਦੀ ਵੇਚ ਰਹੇ ਨੇ। ਤੇ ਮੁਨਾਫਾ ਕਰਨ ਵਾਸਤੇ ਸਰਕਾਰ ਪ੍ਰਾਈਵੇਟ ਹਸਪਤਾਲਾਂ ਦਾ ਮੁਨਾਫਾ ਕਿਉਂ ਕਰਨਾ ਚਾਹ ਰਹੀ ਹੈ? ਇਹ ਸਿੱਧੇ ਇਹਦੇ ਵਿੱਚ ਬਹੁਤ ਵੱਡਾ ਘੁਟਾਲਾ ਹੈਗਾ, ਘਪਲਾ ਹੈਗਾ। ਤੇ ਜਿਹੜੇ ਇਹ ਹੈਲਥ ਮਿਨਿਸਟਰ ਤੇ ਕੈਪਟਨ ਸਾਹਿਬ ਦੀ ਸਰਕਾਰ ਹੈ ਜਿੱਥੇ ਹਰ ਪਾਸੇ ਘੁਟਾਲੇ ਕੀਤੇ ਨੇ, ਕੋਵਿਡ ਦੇ ਸਮੇਂ 'ਚ ਲੋਕਾਂ ਦੀ ਜਾਨਾਂ ਦੇ ਉੱਤੇ ਜਿਸ ਤਰ੍ਹਾਂ ਇਹਨਾਂ ਨੇ ਖਿਲਵਾੜ ਕਰਕੇ ਕਰਪਸ਼ਨ ਕੀਤੀ ਹੈ, ਉਸ ਤੋਂ ਦੁਖਦਾਈ ਗੱਲ ਹੀ ਤੁਸੀਂ ਤਾਂ ਵੈਕਸੀਨ ਦੀ ਗੱਲ ਕਰ ਰਹੇ ਹੋ। ਇਸ ਤੋਂ ਪਹਿਲੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੇ ਨਸ਼ਿਆਂ ਦੀ ਗੋਲੀਆਂ ਵਿੱਚ ਜਿੱਥੇ ਕਿੰਨੇ ਲੱਖ 5 ਲੱਖ ਕਿ ਕਿੰਨੇ ਲੱਖ ਗੋਲੀਆਂ ਮਿਲੀਆਂ ਸੀਗੀਆਂ, ਜਿੱਥੇ ਇਹ ਸਰਕਾਰ ਦਾ ਤੇ ਮੰਤਰੀ ਦਾ ਨਾਂ ਆਂਦਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਵੱਡੀ ਚੀਜ਼ ਉਜਾਗਰ ਹੋਈ ਹੈ ਜਿਹੜਾ ਫਤਿਹ ਕਿੱਟ ਹੈ, ਉਹਨਾਂ ਫਤਿਹ ਕਿੱਟ 'ਚ ਤੁਹਾਨੂੰ ਹੈਰਾਨੀ ਹੋਊਗੀ ਕਿ ਜਦ ਇਹਨਾਂ ਨੇ ਫਤਿਹ ਕਿੱਟ ਦਾ ਟੈਂਡਰ ਕੱਢਿਆ ਤੇ ਸਭ ਤੋਂ ਘੱਟ ਜਿਸ ਕੰਪਨੀ ਨੇ ਦਿੱਤਾ ਸੀ 700 ਕੁਛ ਰੁਪਏ ਦਾ, ਉਸ ਕੰਪਨੀ ਨੂੰ ਛੱਡ ਕੇ ਪਹਿਲੀ ਵਾਰੀ ਤਾਂ ਉਹਨਾਂ ਤੋਂ ਮਾੜੇ ਮੋਟੇ ਕਿੱਟ ਲੈ ਲਿੱਤੇ, ਲੇਕਿਨ 50 ਦਿਨਾਂ ਵਿੱਚ 5 ਵਾਰੀ ਰੀਟੈਂਡਰ ਕਰਕੇ ਉਹ 700 ਦਾ ਕਿੱਟ 1400 ਕੁਛ ਰੁਪਏ 'ਚ ਕਰਕੇ 500 ਰੁਪਏ ਇੱਕ ਕਿੱਟ ਦੇ ਉੱਤੇ ਇਹਨਾਂ ਨੇ ਕਮਾਏ ਨੇ। ਤੇ 3.5 ਲੱਖ ਕਿੱਟਾਂ ਦੇ ਉੱਤੇ ਇਹਨਾਂ ਨੇ 17 18 20 ਕਰੋੜ ਰੁਪਏ ਦਾ ਕਰਪਸ਼ਨ ਇਹਦੇ ਵਿੱਚ ਕੀਤਾ ਹੈ। ਸੋ ਇਸ ਹੈਲਥ ਮਿਨਿਸਟਰ ਨੂੰ ਤਾਂ ਇਮੀਡੀਏਟਲੀ ਡਿਸਮਿਸ ਹੋਣਾ ਚਾਹੀਦਾ ਹੈ, ਇਹਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ। ਲੇਕਿਨ ਇਹ ਕੁਝ ਕਰਨ ਦੇ ਬਜਾਏ ਕੈਪਟਨ ਸਾਹਿਬ ਇਹੋ ਜਿਹੇ ਕਰਪਟ ਮੰਤਰੀਆਂ ਦਾ ਡੋਸੀਅਰ ਜਾ ਕੇ ਦਿੱਲੀ 'ਚ ਲਾ ਕੇ ਦਿਖਾ ਰਹੇ ਨੇ ਹਾਈ ਕਮਾਂਡ ਨੂੰ, ਲੇਕਿਨ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੇ ਕਿਉਂਕਿ ਇੰਨੇ ਮਜਬੂਰ ਹੈ ਆਪਦੀ ਕੁਰਸੀ 'ਚ ਬੈਠਣ ਵਾਸਤੇ। ਲੋਕਾਂ ਦੇ ਪੈਸਿਆਂ ਦੇ ਨਾਲ ਇਹ ਮੰਤਰੀ ਤੇ ਸਰਕਾਰ ਆਪਦਾ ਜੇਬ ਭਰਨ ਦਾ ਕੰਮ ਕਰੇ। ਤਾਂ ਮੈਂ ਲੋਕਾਂ ਨੂੰ ਅਪੀਲ ਕੀਤੀ ਹੈ ਵੈਕਸੀਨ ਚਲੋ ਵਾਪਸ ਆ ਜਾਊਗੀ, ਸਾਡਾ ਕੀ ਹੈ, ਸਾਡਾ ਨੁਕਸਾਨ ਹੈ। ਇਹ ਚੀਜ਼ਾਂ ਤੁਹਾਡੇ ਪੈਸਿਆਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ, ਇਹਨਾਂ ਦੇ ਉੱਤੇ ਤੁਹਾਡਾ ਹੱਕ ਬਣਦਾ ਹੈ। ਇਹ ਮੰਤਰੀ ਤੁਹਾਡੇ ਪੈਸੇ ਖਾ ਰਹੇ ਨੇ ਤੇ ਜੇ ਤੁਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਵੜਨ ਦੋਗੇ ਤੇ ਕਾਂਗਰਸ ਨੂੰ ਜਵਾਬ ਨਹੀਂ ਪੁੱਛੋਗੇ, ਫਿਰ ਇਸ ਤਰ੍ਹਾਂ ਹੀ ਚੱਲਦਾ ਰਹੂਗਾ। ਕਦੇ ਰੇਤੇ ਦਾ, ਕਦੇ ਸ਼ਰਾਬ ਦਾ, ਕਦੇ ਦਵਾਈਆਂ ਦਾ, ਕਦੇ ਫਤਿਹ ਕਿੱਟ ਦਾ, ਕਦੇ ਦਿੱਲੀ ਤੋਂ ਭੇਜੇ ਰਾਸ਼ਨ ਦਾ, ਹਰ ਚੀਜ਼ ਵਿੱਚ ਇਹ ਘਪਲੇ ਕਰਕੇ ਆਪਦੀ ਜੇਬਾਂ ਭਰ ਰਹੀਆਂ ਨੇ। ਤੇ ਲੋਕਾਂ ਦੇ ਹਾਲਾਤ ਦੇਖੋ ਅੱਜ ਪੰਜਾਬ 'ਚ ਕੀ ਨੇ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ 75 ਲੱਖ ਰੁਪਏ ਦੇਣੇ ਪੈ ਰਹੇ ਨੇ ਕਿ ਆਕਸੀਜਨ ਲੋਕਾਂ ਨੂੰ ਮਿਲ ਜਾਏ ਤੇ ਆਕਸੀਜਨ ਨਾਲ ਜਾਣਾ ਨਾ ਜਾਣ। ਇਹ ਕਰੋੜਾਂ ਦੇ ਘਪਲੇ ਕਰ ਰਹੇ ਨੇ। ਦਾ ਸਕੈਮ ਦੀ ਗੱਲ ਹੁਣ ਜਿਹੜਾ ਬਹੁਤ ਵੱਡਾ ਅਸੀਂ ਪੜਿਆ ਕਿ 2 ਲੱਖ ਤੋਂ ਵੱਧ ਐਸਸੀ ਗਰੀਬ ਬੱਚੇ, ਉਹਨਾਂ ਨੂੰ ਉਹਨਾਂ ਦੇ ਕਾਲਜਸ ਜਿਹੜੇ ਹੈਗੇ ਰੋਲ ਨੰਬਰ ਨਹੀਂ ਦੇ ਰਹੇ ਕਿਉਂਕਿ ਉਹਨਾਂ ਦੀ ਜਿਹੜੀ ਐਸਸੀ ਸਕਾਲਰਸ਼ਿਪ ਦਾ ਹਿੱਸਾ ਬੰਦਾ ਸਰਕਾਰ ਨੇ ਦਿੱਤਾ ਨਹੀਂ। ਹਾਲਾਂਕਿ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਦਿੱਤਾ 80 ਕਰੋੜ ਦੀ ਇਹ ਗੱਲ ਹੈਗੀ। ਤੁਸੀਂ ਦੇਖੋ ਇਹ ਪਹਿਲੀ ਵਾਰੀ ਨਹੀਂ, ਅੱਜ ਨੌਜਵਾਨ ਪੀੜ੍ਹੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਕਿਹੋ ਜਿਹਾ ਖਿਲਵਾੜ 80 ਕਰੋੜ ਦਾ ਹੁਣ। ਤੇ ਇਹਨੂੰ ਯਾਦ ਰੱਖੋ ਇਹ ਧਰਮਸੋੜ ਦੇ ਖਿਲਾਫ ਹੀ ਪਿਛਲੇ ਸਾਲ ਵੀ ਆਹੀ ਚੀਜ਼ ਆਈ ਸੀ ਜਿੱਥੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਇਹ ਗਰੀਬ ਸਕਾਲਰਸ਼ਿਪ ਦੇ ਉਹਨਾਂ ਕਾਲਜਸ ਨੂੰ ਜਿਨ੍ਹਾਂ ਨੂੰ ਦੇਣਾ ਚਾਹੀਦਾ ਉਹਨਾਂ ਨੂੰ ਨਹੀਂ, ਆਪਣੇ ਚਹਤੇ 5-7 ਕਾਲਜਾਂ ਨੂੰ ਜਿਨ੍ਹਾਂ ਦਾ ਹੱਕ ਹੀ ਨਹੀਂ ਬਣਦਾ ਸੀਗਾ ਉਹ ਸਕਾਲਰਸ਼ਿਪ ਉੱਥੇ ਡਾਇਵਰਟ ਕਰਤੀ। ਤੇ ਉਹਨਾਂ ਤੋਂ ਕੀ ਲੈਣ ਦੇਣ ਹੋਇਆ ਹੋਗਾ ਸਾਰੇ ਜਾਣਦੇ। ਇੱਕ ਵਾਰੀ ਨਹੀਂ 2 ਵਾਰੀ ਹੋ ਚੁੱਕਿਆ ਹੈ ਕਿਉਂਕਿ ਮੰਤਰੀ ਨੂੰ ਪਤਾ ਕਿ ਮੈਂ ਲੁੱਟੀ ਜਾਵਾਂ, ਚੀਫ ਮਿਨਿਸਟਰ ਮੈਨੂੰ ਕੁਝ ਕਹਿਣਾ ਨਹੀਂ ਹੈ ਕਿਉਂਕਿ ਕੁਰਸੀ 'ਚ ਬੈਠਣ ਵਾਸਤੇ ਚੀਫ ਮਿਨਿਸਟਰ ਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਹੁੰਦੀਆਂ ਨੇ। ਸੋ ਇਹ ਗਰੀਬ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ ਹੈ। ਕੁਝ ਹੀ ਦਿਨ ਪਹਿਲੇ ਤੁਸੀਂ ਦੇਖਿਆ ਕਿ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵਾਸਤੇ 8 ਕਰੋੜ ਰੁਪਏ ਵੰਡੇ। ਮੈਂ ਉਸ ਮੰਤਰੀ ਦੀ ਮੈਂ ਪੜ੍ਹੀ ਸੀ ਕਿ 8 ਕਰੋੜ ਦੀ ਵਰਦੀਆਂ, ਅੱਜ ਕੱਲ੍ਹ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ, ਸਕੂਲ ਬੰਦ ਹੈਗੇ, 8 ਕਰੋੜ ਦੀ ਵਰਦੀਆਂ ਦੇਣ ਦੇ ਬਜਾਏ ਤੁਸੀਂ ਇਹਨਾਂ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਜਿਹੜਾ ਘਰ 'ਚ ਇਹਨਾਂ ਨੂੰ ਮਿਡ ਡੇ ਮੀਲ ਕੁਝ ਨਹੀਂ ਮਿਲ ਰਿਹਾ ਹੈਗਾ। ਇਹਨਾਂ ਦੀ ਸਿਹਤ ਬਣਾਓ ਕਿ ਤੀਜੀ ਵੇਵ ਜਿਹੜੇ ਬੱਚਿਆਂ ਦੀ ਆਉਗੇ ਉਸ ਵਾਸਤੇ ਸਾਡੇ ਗਰੀਬ ਬੱਚੇ ਵੀ ਤਕੜੇ ਹੋਣ, ਲੇਕਿਨ ਵਰਦੀਆਂ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਇੱਕ ਘੁਟਾਲਾ ਚੱਲਦਾ ਹੈਗਾ ਵਰਦੀਆਂ ਦੇ ਨਾਲ। ਜਿੱਥੇ ਵੀ ਇਹਨਾਂ ਨੇ ਕੀਤਾ ਹੋਊਗਾ ਟੈਂਡਰ ਉਹਦੇ ਨਾਲ ਕੀ ਲੈਣ ਦੇਣ, ਹਰ ਪੱਖ 'ਚ ਕਿਸੇ ਚੀਜ਼ ਨੂੰ ਹੱਥ ਲਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਆਸ਼ੀਰਵਾਦ ਨਾਲ ਜਿਸ ਦਿਨ ਬਣੇ, ਇਹ ਇੱਕ ਘੁਟਾਲੇ ਵਿੱਚ ਜਾ ਕੇ ਇੱਕ ਭਾਵੇਂ ਅਫਸਰ ਹੋਏ ਭਾਵੇਂ ਲੀਡਰ ਹੋਏ ਉਹਨਾਂ ਦੇ ਖਿਲਾਫ ਕੇਸ ਕਰਕੇ ਸਲਾਖਾਂ ਵਿੱਚ ਬੰਦ ਕਰਕੇ ਉਹ ਪੈਸੇ ਦੀ ਵਸੂਲੀ ਕਰਕੇ ਲੋਕਾਂ ਦਾ ਹੱਕ ਦਿਲਾਉਣ ਵਾਸਤੇ ਅਸੀਂ ਪੁਰਜ਼ੋਰ ਲੜਾਈ ਲੜਾਂਗੇ। ਉਹਨਾਂ ਨੇ ਵਿਨੀ ਮਹਾਜਨ ਦੇ ਟਵੀਟ ਨੂੰ ਕਿਹਾ ਕਿ ਇਹ ਟਵੀਟ ਤੋਂ ਮੇਰੇ ਧਿਆਨ ਵਿੱਚ ਨਹੀਂ ਹੈਗਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਤੁਸੀਂ ਵੈਕਸੀਨ ਲਗਵਾਓਗੇ। ਤੇ ਜੇ ਸਿਹਤ ਮੰਤਰੀ ਇੰਨਾ ਨਿਕੰਮਾ ਹੈ
ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਮਹਿਕਮੇ 'ਚ ਕੀ ਹੋ ਰਿਹਾ ਹੈਗਾ। ਜਿੱਥੇ ਫਾਈਲ ਸਾਈਨ ਹੋ ਕੇ ਆ ਰਹੀ ਹੈ ਉਹਦੇ ਮਹਿਕਮੇ ਦਾ ਸੈਕਟਰੀ ਆਦੇਸ਼ ਦੇ ਰਿਹਾ ਸਾਰੇ ਸਿਵਲ ਸਰਜਨਸ ਨੂੰ ਪੂਰੇ ਪੰਜਾਬ ਦੇ ਕਿ ਤੁਹਾਡੇ ਕੋਲ ਜਿੰਨੀ ਵੈਕਸੀਨ ਹੈ ਤੁਸੀਂ ਉਹ ਪ੍ਰਾਈਵੇਟ ਹਸਪਤਾਲ ਨੂੰ ਮੁਹੱਈਆ ਕਰਾਓ। ਜਾਂ ਫਿਰ ਇਸ ਮੰਤਰੀ ਨੂੰ ਇੰਨਾ ਵੀ ਨਹੀਂ ਪਤਾ ਕਿ ਉਹਦੇ ਮਹਿਕਮੇ 'ਚ ਵੈਕਸੀਨਸ ਜਿੰਨੀਆਂ ਆਈਆਂ ਨੇ ਉਹ ਕਹਿ ਰਿਹਾ ਵੈਕਸੀਨ ਕਰਾਉਣਾ ਮੇਰਾ ਕੰਮ ਹੈ, ਲੇਕਿਨ ਵੈਕਸੀਨ ਆ ਕੇ 80,000 ਵੈਕਸੀਨਾਂ ਵਿੱਚੋਂ 35,000 ਇਕੱਲੇ ਹੈਲਥ ਮਿਨਿਸਟਰ ਦੇ ਹਲਕੇ ਦੇ 2 ਪ੍ਰਾਈਵੇਟ ਹਸਪਤਾਲਾਂ 'ਚ ਗਏ। ਉਹ ਵੀ ਨਹੀਂ ਉਹਨੂੰ ਪਤਾ। ਉਹਨੂੰ ਆ ਵੀ ਨਹੀਂ ਪਤਾ ਕਿ ਇੱਕ ਚੀਫ ਸੈਕਟਰੀ ਜਿਹਨੂੰ ਟਵੀਟ ਕਰਨਾ ਚਾਹੀਦਾ ਤੇ ਕਹਿਣਾ ਚਾਹੀਦਾ ਲੋਕਾਂ ਨੂੰ ਕਿ ਆਹ ਹੈਲਪਲਾਈਨ ਨੰਬਰ ਹੈ, ਜੇ ਤੁਹਾਨੂੰ ਕਿਤੇ ਬੈੱਡ ਨਹੀਂ ਮਿਲ ਰਿਹਾ, ਜੇ ਤੁਹਾਨੂੰ ਕੋਈ ਦਵਾਈ ਨਹੀਂ ਮਿਲ ਰਹੀ, ਜੇ ਤੁਹਾਨੂੰ ਕੋਈ ਹਸਪਤਾਲ ਓਵਰਚਾਰਜ ਕਰ ਰਿਹਾ ਹੈ, ਕੋਈ ਐਂਬੂਲੈਂਸ ਵਾਲਾ ਤੁਹਾਡੇ ਤੋਂ ਪੈਸੇ ਜ਼ਿਆਦਾ ਕਢਵਾ ਰਿਹਾ, ਤੁਸੀਂ ਇਸ ਨੰਬਰ 'ਚ ਦੱਸੋ ਅਸੀਂ ਐਕਸ਼ਨ ਲਵਾਂਗੇ। ਇਹ ਟਵੀਟ ਕਰਨ ਦੇ ਬਜਾਏ ਪ੍ਰਾਈਵੇਟ ਹਸਪਤਾਲਾਂ ਦੀ ਸੇਲਜ਼ਮੈਨ ਬਣ ਕੇ ਕਹਿ ਰਹੀ ਕਿ ਆਹ ਫਲਾਂ ਪ੍ਰਾਈਵੇਟ ਹਸਪਤਾਲ ਨੂੰ ਅਸੀਂ ਦੇਤਾ 400 ਦੀ ਵੈਕਸੀਨ ਨੂੰ ਤੁਸੀਂ 900 ਤੇ 1200 'ਚ ਅਸੀਂ ਵੇਚ ਦਿੱਤੀ, ਉੱਥੇ ਜਾ ਕੇ 2500 ਦੀ ਲਗਾਓ। ਤੇ ਇੱਕ ਹੈਲਥ ਮਿਨਿਸਟਰ ਨੂੰ ਆ ਵੀ ਨਹੀਂ ਪਤਾ। ਤੇ ਨਹੀਂ ਪਤਾ ਹੈਗਾ ਤਾਂ ਹੁਣ ਪਤਾ ਲੱਗਿਆ, ਹੁਣ ਛੱਡੇ ਐਕਸ਼ਨ ਲੈ ਕੈਪਟਨ ਸਾਹਿਬ ਕੱਢਣ ਇਹੋ ਜਿਹੇ ਨਿਕੰਮੇ ਮੰਤਰੀ ਨੂੰ। ਤੇ ਇਸ ਮੰਤਰੀ ਦੇ ਅੰਦਰ ਜੇ ਕੁਝ ਵੀ ਇਹਨਾਂ ਦੇ ਕੋਲ ਕੋਈ ਨੈਤਿਕਤਾ ਹੈਗੀ ਜਾਂ ਕੁਝ ਮੋਰਲ ਇਹਨਾਂ ਦਾ ਬੰਦਾ ਮੋਰੈਲਿਟੀ ਹੈਗੀ ਤਾਂ ਆਪ ਛੱਡ ਦੇਣ ਕਿ ਮੈਂ ਤਾਂ ਫੇਲ ਹੋ ਗਿਆ। ਲੇਕਿਨ ਇਹਨਾਂ ਨੇ ਛੱਡਣਾ ਹੈ ਤਾਂ ਨਾ ਕੈਪਟਨ ਸਾਹਿਬ ਨੇ ਕੱਢਣਾ, ਕਿਉਂਕਿ ਇਕੱਠੇ ਹੋ ਕੇ ਇਹਨਾਂ ਨੇ ਲੁੱਟਣਾ ਹੈਗਾ।